ਨੈਕਸਟ ਟੌਪਿਕ ਇਜ਼ ਇੰਪਰੋਪਰ ਇੰਟੀਗਰਲਸ ਆਫ ਸੈਕਿੰਡ ਕਾਈਂਡ। ਆਪਾਂ ਜਦੋਂ ਇੰਪਰੋਪਰ ਇੰਟੀਗਰਲ ਸਟਾਰਟ ਕੀਤਾ ਸੀ ਉਦੋਂ ਆਪਾਂ ਡੈਫੀਨੇਸ਼ਨ ਸਟੱਡੀ ਕੀਤੀ ਸੀ, ਉਹਦੇ ਵਿੱਚ ਐਂਡ ਟਾਈਪ ਸਟੱਡੀ ਕੀਤੀਆਂ ਸੀ ਕਿ ਇੰਪਰੋਪਰ ਇੰਟੀਗਰਲ ਟੂ ਟਾਈਪਸ ਦੇ ਹੁੰਦੇ ਆ। ਫਸਟ ਟਾਈਪ ਸੀ ਇੰਪਰੋਪਰ ਇੰਟੀਗਰਲ ਆਫ ਫਸਟ ਕਾਈਂਡ, ਜੋ ਆਪਾਂ ਆਪਣੇ ਲਾਸਟ ਲੈਕਚਰਸ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਐਂਡ ਨਾਓ ਅਸੀਂ ਡਿਸਕਸ ਕਰਨਾ ਹੈ ਟਾਈਪ 2 ਵਿਚ ਇਜ਼ ਇੰਪਰੋਪਰ ਇੰਟੀਗਰਲ ਆਫ ਸੈਕਿੰਡ ਕਾਈਂਡ। ਸੋ ਸੈਕਿੰਡ ਕਾਈਂਡ ਦੀ ਡੈਫੀਨੇਸ਼ਨ ਕਿਆ ਹੈ? if f becomes infinite on close interval ab, मतलब ਜਦੋਂ ਸਾਡਾ ਜਿਹੜਾ ਫੰਕਸ਼ਨ ਹੈ ਇਸ ਇੰਟਰਵਲ ਤੇ ਕੀ ਬਣ ਜਾਂਦਾ ਹੈ? ਇਨਫਾਈਨਾਈਟ ਹੋ ਜਾਂਦਾ ਹੈ। ਇਸ ਇੰਟਰਵਲ ਤੇ ਮਤਲਬ ਲੋਅਰ ਲਿਮਿਟ ਤੇ ਜਾਂ ਅਪਰ ਲਿਮਿਟ ਤੇ ਜਾਂ ਇਹਦੇ ਬਿਟਵੀਨ ਕੋਈ ਵੀ ਕਿਸੇ ਵੀ ਪੁਆਇੰਟ ਤੇ ਜਿਹੜਾ ਸਾਡਾ ਫੰਕਸ਼ਨ ਹੈ ਅਗਰ ਉਹ ਇਨਫਾਈਨਾਈਟ ਬਣੇ ਦੈਨ ਅਸੀਂ ਬੋਲਦੇ ਹਾਂ ਜਿਹੜਾ ਸਾਡਾ ਇੰਟੀਗਰਲ ਹੋਏਗਾ a to b fx dx ਉਹ ਕੀ ਹੋਏਗਾ? ਇੰਪਰੋਪਰ ਇੰਟੀਗਰਲ ਆਫ ਸੈਕਿੰਡ ਕਾਈਂਡ। ਜਾਂ ਅਸੀਂ ਕਹਿ ਦਿੰਦੇ ਆ f as point of infinite discontinuity in close interval ab and the limit of integrations are finite। देखो सेकंड काइंड ਦੇ ਵਿੱਚ ਸਾਡੀਆਂ ਲਿਮਿਟਸ ਆਫ ਇੰਟੀਗ੍ਰੇਸ਼ਨ ਫਾਈਨਾਈਟ ਹੁੰਦੀਆਂ, ਬਟ ਇਹਨਾਂ ਲਿਮਿਟਸ ਤੇ ਸਾਡਾ ਫੰਕਸ਼ਨ ਕੀ ਬਣ ਜਾਂਦਾ? ਇਨਫਿਨਿਟੀ। ਫਰਸਟ ਕਾਈਂਡ ਦੇ ਵਿੱਚ ਕੀ ਸੀ? ਸਾਡੀਆਂ ਲਿਮਿਟਸ ਇਨਫਾਈਨਾਈਟ ਹੁੰਦੀਆਂ ਸੀ, ਬਟ ਸੈਕਿੰਡ ਦੇ ਵਿੱਚ ਲਿਮਿਟਸ ਫਾਈਨਾਈਟ ਹੁੰਦੀਆਂ, ਬਟ ਜਿਹੜਾ ਇਹਨਾਂ ਲਿਮਿਟਸ ਤੇ ਸਾਡਾ ਫੰਕਸ਼ਨ ਕੀ ਹੋ ਜੇ? ਇਨਫਾਈਨਾਈਟ। a ਤੇ ਇਨਫਾਈਨਾਈਟ ਹੋ ਸਕਦਾ, b ਤੇ ਜਾਂ ਇਹਨਾਂ ਦੋਨਾਂ ਦੇ ਬਿਟਵੀਨ ਕਿਸੇ ਵੀ ਪੁਆਇੰਟ ਤੇ ਇਸ ਇੰਟਰਵਲ ਦੇ ਵਿਚਕਾਰ ਅਗਰ ਕੋਈ ਵੀ ਪੁਆਇੰਟ ਆ ਜਾਵੇ, ਅਗਰ ਉਸ ਪੁਆਇੰਟ ਤੇ ਸਾਡਾ ਜਿਹੜਾ ਫੰਕਸ਼ਨ ਹੈ ਉਹ ਕੀ ਬਣ ਜਾਏ? ਇਨਫਾਈਨਾਈਟ ਬਣ ਜਾਏ, ਦੈਨ ਇਸ ਤਰ੍ਹਾਂ ਦੇ ਇੰਟੀਗਰਲ ਨੂੰ ਅਸੀਂ ਬੋਲਦੇ ਹਾਂ ਇੰਪਰੋਪਰ ਇੰਟੀਗਰਲ ਆਫ ਸੈਕਿੰਡ ਕਾਈਂਡ। ਸੋ ਅਸੀਂ ਹੁਣ ਇੰਪਰੋਪਰ ਇੰਟੀਗਰਲ ਆਫ ਸੈਕਿੰਡ ਕਾਈਂਡ ਦੀਆਂ ਕਨਵਰਜੈਂਸ ਚੈੱਕ ਕਰਾਂਗੇ। ਸੋ ਇਹਦੇ ਵੀ ਅਸੀਂ ਕੇਸ ਸਟੱਡੀ ਕਰਾਂਗੇ। ਫਰਸਟ ਹੈ ਕਨਵਰਜੈਂਸ ਐਟ ਦਾ ਲੈਫਟ ਐਂਡ ਪੁਆਇੰਟ। ਹੋ ਸਕਦਾ ਹੈ ਕਿ ਸਾਨੂੰ ਗਿਵਨ ਹੋਏ ਇੰਟੀਗਰਲ a to b fx dx ਅਸੀਂ ਲਿਮਿਟ ਫਿਲ ਕਰਕੇ ਦੇਖਣੀ ਫੰਕਸ਼ਨ ਦੇ ਵਿੱਚ। ਫਸਟ ਅਸੀਂ ਲੋਅਰ ਲਿਮਿਟ ਫਿਲ ਕੀਤੀ, ਲੋਅਰ ਲਿਮਿਟ ਤੇ ਸਾਡਾ ਫੰਕਸ਼ਨ ਕੀ ਹੋ ਗਿਆ? ਇਨਫਿਨਿਟੀ ਹੋ ਗਿਆ, ਬਟ ਅਪਰ ਲਿਮਿਟ ਤੇ ਫਾਈਨਾਈਟ ਵੈਲਿਊ ਦੇ ਰਿਹਾ। ਲੋਅਰ ਲਿਮਿਟ ਤੇ ਇਨਫਿਨਿਟੀ ਬਣ ਰਿਹਾ ਹੋਵੇ, ਅਪਰ ਲਿਮਿਟ ਤੇ ਫਾਈਨਾਈਟ ਵੈਲਿਊ ਦੇ ਰਿਹਾ ਹੋਵੇ, ਦੈਨ ਇਹਦਾ ਮਤਲਬ ਅਪਰ ਤੇ ਤਾਂ ਫਾਈਨਾਈਟ ਦੇ ਰਿਹਾ, ਦੈਨ ਉਹਦੇ ਤੇ ਤਾਂ ਅਸੀਂ ਕਨਵਰਜੈਂਸ ਚੈੱਕ ਨਹੀਂ ਕਰਾਂਗੇ। ਕਿਹਦੇ ਤੇ ਕਨਵਰਜੈਂਸ ਚੈੱਕ ਕਰਾਂਗੇ? ਲੋਅਰ ਤੇ, ਬਿਕੋਜ਼ ਲੋਅਰ ਵਾਲੀ ਲਿਮਿਟ ਫਿਲ ਕਰਕੇ ਸਾਡਾ ਫੰਕਸ਼ਨ ਕੀ ਬਣ ਰਿਹਾ ਸੀ? ਇਨਫਾਈਨਾਈਟ। ਸੋ ਅਸੀਂ ਕਨਵਰਜੈਂਸ ਚੈੱਕ ਕਰਨੀ ਹੈ ਲੈਫਟ ਹੈਂਡ ਪੁਆਇੰਟ ਤੇ। ਸੋ ਕਨਵਰਜੈਂਸ ਚੈੱਕ ਕਰਨ ਲਈ ਅਸੀਂ ਕੀ ਕਰਨਾ ਹੈ? ਇਸ ਇੰਟੀਗਰਲ ਨੂੰ, ਇੰਟੀਗਰਲ a to b fx dx ਨੂੰ ਅਸੀਂ ਕੀ ਲਿਖ ਲੈਣਾ? ਲਿਮਿਟ ਕਿਹੜੇ ਪੁਆਇੰਟ ਤੇ ਪ੍ਰੋਬਲਮ ਹੈ ਫੰਕਸ਼ਨ ਨੂੰ? a ਪੁਆਇੰਟ ਤੇ। ਸੋ ਅਸੀਂ ਲਿਖ ਲੈਣਾ ਲਿਮਿਟ ਐਪਸਲਨ, ਐਪਸਲਨ ਕੋਈ ਚੂਜ਼ ਕਰ ਲੈਣੀ ਕੁਆਂਟੀਟੀ, ਐਪਸਲਨ ਅਪਰੋਚਿਸ ਟੂ 0 ਇੰਟੀਗਰਲ। ਸੋ ਅਸੀਂ ਕੀ ਕਰਨਾ? ਲੋਅਰ ਲਿਮਿਟ 'ਚ ਐਪਸਲਨ ਐਡ ਕਰ ਦੇਣਾ। ਠੀਕ, ਅਗਰ ਸਾਨੂੰ ਲੋਅਰ ਲਿਮਿਟ ਤੇ ਪ੍ਰੋਬਲਮ ਹੈ ਤਾਂ ਅਸੀਂ ਲੋਅਰ ਲਿਮਿਟ 'ਚ ਐਪਸਲਨ ਐਡ ਕਰ ਦਾਂਗੇ। ਅਪਰ ਲਿਮਿਟ ਐਜ਼ ਇਟ ਇਜ਼ fx dx। ਇੱਥੇ ਅਸੀਂ ਐਪਸਲਨ ਅਪਰੋਚਿਸ ਟੂ 0 ਵੀ ਇਕੱਲਾ ਲਿਖ ਸਕਦੇ ਹਾਂ ਜਾਂ 0 ਪੋਜ਼ਿਟਿਵ ਲਿਖ ਲਓ। ਠੀਕ, ਸੋ ਮਤਲਬ ਅਸੀਂ ਆਪਣੇ ਇੰਟੀਗਰਲ ਨੂੰ ਇਹ ਚੀਜ਼ ਲਿਖ ਲਾਂਗੇ। ਅਸੀਂ ਸੋਲਵ ਕਰਾਂਗੇ ਇਸ ਇੰਟੀਗਰਲ ਨੂੰ, ਅਗਰ ਇਹਦੀ ਵੈਲਿਊ ਫਾਈਨਾਈਟ ਹੈ ਆਏਗੀ ਦੈਨ ਇਹ ਵਾਲਾ ਇੰਟੀਗਰਲ ਕਨਵਰਜ ਕਰੇਗਾ। ਠੀਕ, ਤਾਂ ਹੀ ਮੈਂ ਲਿਖਿਆ ਪ੍ਰੋਵਾਈਡਡ ਲਿਮਿਟ ਔਨ ਰਾਈਟ ਐਗਜ਼ਿਸਟ। ਇਹ ਇੰਟੀਗਰਲ ਕਨਵਰਜ ਤਾਂ ਹੀ ਕਰੇਗਾ ਅਗਰ ਰਾਈਟ ਵਾਲੀ ਲਿਮਿਟ ਐਗਜ਼ਿਸਟ ਕਰੇਗੀ, ਅਦਰਵਾइज ਇਟ ਇਜ਼ ਡਾਈਵਰਜੈਂਟ। ਸਿਮਿਲਰਲੀ ਕਨਵਰਜੈਂਸ ਐਟ ਰਾਈਟ ਐਂਡ ਪੁਆਇੰਟ। ਰਾਈਟ ਐਂਡ ਪੁਆਇੰਟ ਤੇ ਮਤਲਬ ਅਸੀਂ ਅਪਰ ਲਿਮਿਟ ਤੇ ਫੰਕਸ਼ਨ ਨੂੰ ਪ੍ਰੋਬਲਮ ਹੈ, ਜਦੋਂ ਅਸੀਂ ਅਪਰ ਲਿਮਿਟ ਫੰਕਸ਼ਨ 'ਚ ਫਿਲ ਕੀਤੀ ਦੈਨ ਸਾਡਾ ਫੰਕਸ਼ਨ ਇਨਫਾਈਨਾਈਟ ਬਣ ਗਿਆ। ਸੋ ਪ੍ਰੋਬਲਮ ਫੰਕਸ਼ਨ ਨੂੰ ਅਪਰ ਲਿਮਿਟ ਤੇ ਹੈ, ਸੋ ਅਸੀਂ ਕੀ ਕੀਤਾ? ਲਿਮਿਟ ਐਪਸਲਨ ਅਪਰੋਚਿਸ ਟੂ 0 ਅਪਰ ਲਿਮਿਟ। ਹੁਣ ਇਹਦੇ ਵਿੱਚ ਐਪਸਲਨ ਐਡ ਤਾਂ ਨਹੀਂ ਕਰ ਸਕਦੇ ਬਿਕੋਜ਼ ਸਾਡਾ ਇੰਟਰਵਲ ਜੋ ਗਿਵਨ ਹੈ ਉਹ ਇੰਟਰਵਲ a b ਹੈ। ਸੋ ਇਸ ਇੰਟਰਵਲ ਤੋਂ ਬਾਹਰ ਤਾਂ ਨਹੀਂ ਜਾ ਸਕਦੇ। ਅਸੀਂ ਕੀ ਲਿਖ ਲਿਆ ਫਿਰ? b ਮਾਈਨਸ ਐਪਸਲਨ। ਜਦੋਂ ਲੋਅਰ ਕਰਨਾ ਤਾਂ a ਪਲਸ ਐਪਸਲਨ ਲਿਖਣਾ। ਸੋ ਅਸੀਂ ਇੱਥੇ ਲਿਖਿਆ a to b ਮਾਈਨਸ ਐਪਸਲਨ। ਅਪਰ ਲਿਮਿਟ ਚੋਂ ਐਪਸਲਨ ਕੀ ਕਰ ਦਿੱਤਾ? ਮਾਈਨਸ fx dx। ਸੋ ਇਹਦੇ ਲਈ ਵੀ ਅਗਰ ਰਾਈਟ ਵਾਲੀ ਲਿਮਿਟ ਐਗਜ਼ਿਸਟ ਕਰੇਗੀ ਦੈਨ ਫੰਕਸ਼ਨ ਕਿਆ ਕਰੇਗਾ? ਕਨਵਰਜ, ਅਦਰਵਾइज ਫੰਕਸ਼ਨ ਕਿਆ ਕਰੇਗਾ? ਡਾਈਵਰਜ ਕਰੇਗਾ। ਨੈਕਸਟ ਹੈ ਸਾਡੇ ਕੋਲ ਥਰਡ ਕਨਵਰਜੈਂਸ ਐਟ ਬੋਥ ਐਂਡ। ਦੇਖੋ ਇਸ ਤਰ੍ਹਾਂ ਦਾ ਕੇਸ ਵੀ ਹੋ ਸਕਦਾ ਕਿ ਦੋਨੋਂ ਪੁਆਇੰਟ ਤੇ ਫੰਕਸ਼ਨ ਨੂੰ ਪ੍ਰੋਬਲਮ ਹੋਏ। ਫਰਸਟ ਹੈ ਕਿ ਲੋਅਰ ਲਿਮਿਟ ਤੇ ਪ੍ਰੋਬਲਮ ਹੋ ਰਹੀ ਹੈ, ਸੈਕਿੰਡ ਹੈ ਅਪਰ ਲਿਮਿਟ ਤੇ ਪ੍ਰੋਬਲਮ ਹੋ ਰਹੀ ਹੈ, ਮਤਲਬ ਰਾਈਟ ਐਂਡ ਪੁਆਇੰਟ ਤੇ। ਲੈਫਟ ਐਂਡ ਅਸੀਂ ਇੰਟਰਵਲ ਨੂੰ ਬੋਲਦੇ ਆ। ਲੈਫਟ ਐਂਡ ਪੁਆਇੰਟ ਤੇ ਪ੍ਰੋਬਲਮ ਹੈ, ਰਾਈਟ ਐਂਡ ਪੁਆਇੰਟ ਤੇ ਪ੍ਰੋਬਲਮ ਹੋ ਸਕਦਾ, ਬੋਥ ਐਂਡ ਤੇ ਪ੍ਰੋਬਲਮ ਹੋਏ।
ਜਦੋਂ both end ਦੇ ਪ੍ਰੋਬਲਮ ਹੋਏ then ਅਸੀਂ ਕੀ ਕਰਨਾ ਹੈ, if a and b are only points of infinite discontinuity of f, ਮਤਲਬ ਸਾਡੇ ਸਿਰਫ end points ਹੀ infinite discontinuity ਦੇ ਬਣ ਰਹੇ ਆ, ਵਿਚਕਾਰ ਵਾਲੇ ਕਿਸੇ ਵੀ ਪੁਆਇੰਟ ਤੇ ਫੰਕਸ਼ਨ ਨੂੰ ਕੋਈ ਪ੍ਰੋਬਲਮ ਨਹੀਂ, ਮਤਲਬ a ਤੇ b ਦੇ ਬਿਟਵੀਨ ਜਿੰਨੇ ਵੀ ਪੁਆਇੰਟਸ ਲਾਈ ਕਰਦੇ ਆ ਉਹਨਾਂ ਤੇ ਫੰਕਸ਼ਨ ਫਾਈਨਾਈਟ ਹੈ, ਬਸ a ਔਰ b ਤੇ ਇਨਫਾਈਨਾਈਟ ਬਣ ਰਿਹਾ ਹੋਏ, then ਅਸੀਂ ਕੀ ਕਰਨਾ ਹੈ, then इंटीग्रल a to b fx dx which is equals to, ਅਸੀਂ ਕੀ ਕਰਨਾ ਹੈ, a to b ਇੰਟਰਵਲ ਦੇ ਵਿੱਚ ਇੱਕ ਅਸੀਂ ਪੁਆਇੰਟ ਕਿਹੜਾ ਸਪੋਜ਼ ਕਰ ਲੈਣਾ, c, ਸੋ ਅਸੀਂ ਕੋਈ ਪੁਆਇੰਟ c ਸਪੋਜ਼ ਕਰ ਲਿਆ, ਸੋ ਅਸੀਂ ਬ੍ਰੇਕ ਕਰ ਲਿਆ ਆਪਣੇ ਇੰਟੀਗਰਲ ਨੂੰ a to c fx dx ਪਲਸ c to b fx dx, ਸੋ ਅਸੀਂ ਇੰਟੀਗਰਲ ਨੂੰ ਬ੍ਰੇਕ ਕਰ ਲਿਆ, ਲਿਮਿਟਸ ਨੂੰ ਬ੍ਰੇਕ ਕਰ ਲਿਆ। ਹੁਣ ਦੇਖੋ ਸਾਡੀ ਹੁਣ ਬਿਕੋਜ਼ ਅਸੀਂ ਕਹਿ ਰਹੇ ਹਾਂ ਕਿ ਬਿਟਵੀਨ ਕਿਸੇ ਪੁਆਇੰਟ ਤੇ ਕੋਈ ਪ੍ਰੋਬਲਮ ਨਹੀਂ ਫੰਕਸ਼ਨ ਨੂੰ, ਇਹਦਾ ਮਤਲਬ c ਤੇ ਫੰਕਸ਼ਨ ਦੀ ਵੈਲਿਊ ਫਾਈਨਾਈਟ ਆ ਰਹੀ ਹੈ, a ਤੇ ਇਨਫਿਨਿਟੀ b ਤੇ ਇਨਫਿਨਿਟੀ, ਸੋ a ਵਾਲੇ ਕੁਐਸਚਨ ਫਰਸਟ ਵਾਲੇ ਕੁਐਸਚਨ ਨੂੰ ਤੁਸੀਂ ਸੋਲਵ ਕਰੋਗੇ ਫਰਸਟ ਮੈਥਡ ਨਾਲ, ਸੈਕਿੰਡ ਵਾਲੇ ਕੁਐਸਚਨ ਨੂੰ ਤੁਸੀਂ ਸੋਲਵ ਕਰੋਗੇ ਸੈਕਿੰਡ ਮੈਥਡ ਨਾਲ। ਅਗਰ ਦੋਨੋਂ ਐਗਜ਼ਿਸਟ ਕਰਨਗੇ ਦੈਨ ਸਾਡੀ ਲੈਫਟ ਸਾਈਡ ਕੀ ਹੋਏਗੀ, ਕਨਵਰਜ, ਅਦਰਵਾਈਜ਼ ਕੀ ਹੋਏਗੀ, ਡਾਈਵਰਜ। that is ਅਸੀਂ ਇਹਨੂੰ ਇਸ ਤਰ੍ਹਾਂ ਲਿਖ ਲਾਂਗੇ, a to c ਨੂੰ ਅਸੀਂ ਲਿਖ ਲਿਆ ਲਿਮਿਟ ਐਪਸਲਨ ਅਪਰੋਚਿਸ ਟੂ 0 ਪੋਜ਼ਿਟਿਵ, ਮਤਲਬ ਇਹਨੂੰ ਫਰਸਟ ਵਾਲੀ ਟਾਈਪ ਨਾਲ ਸੋਲਵ ਕਰ ਲੈਣਾ, ਸੈਕਿੰਡ ਵਾਲੀ ਨੂੰ ਇੱਥੇ ਤੁਸੀਂ ਐਪਸਲਨ ਸੇਮ ਨਹੀਂ ਲੈਣੇ, ਇੱਥੇ ਐਪਸਲਨ ਡੈਸ਼ ਸਪੋਜ਼ ਕਰ ਲੈਣਾ, ਉਹਨੂੰ ਤੁਸੀਂ ਸੈਕਿੰਡ ਵਾਲੀ ਟਾਈਪ ਨਾਲ ਸੋਲਵ ਕਰ ਲੈਣਾ, ਜਾਂ ਅਸੀਂ ਇਕੱਠੇ ਵੀ ਲਿਖ ਸਕਦੇ ਹਾਂ, ਇੱਕ ਵਾਰੀ ਐਪਸਲਨ ਦੂਸਰਾ ਐਪਸਲਨ ਡੈਸ਼, ਠੀਕ, provided the limit on the right exists independent of epsilon and epsilon dash। next ਹੈ ਸਾਡੇ ਕੋਲ fourth part ਹੈ convergence at interior point। ਹੁਣ ਲਾਸਟ ਕੇਸ ਇਹ ਹੈ ਕਿ ਅਸੀਂ A ਤੇ ਡਿਸਕਸ ਕਰ ਲਿਆ, B ਤੇ ਡਿਸਕਸ ਕਰ ਲਿਆ, ਦੋਨਾਂ ਤੇ ਡਿਸਕਸ ਕਰ ਲਿਆ, ਹੁਣ ਏਦਾਂ ਵੀ ਤਾਂ ਹੋ ਸਕਦਾ ਕਿ ਇਹਦੇ ਬਿਟਵੀਨ ਵੀ ਕੋਈ ਐਸਾ ਪੁਆਇੰਟ ਲਾਈ ਕਰਦਾ ਹੋਏ ਜਿੱਥੇ ਫੰਕਸ਼ਨ ਇਨਫਾਈਨਾਈਟ ਬਣ ਰਿਹਾ ਹੋਏ। ਮੰਨ ਲਓ ਸਾਡੇ ਕੋਲ ਇੰਟਰਵਲ ਹੈ 0,2, ਸਾਡਾ ਜਿਹੜਾ ਫੰਕਸ਼ਨ ਹੈ 0 ਔਰ 2 ਤੇ ਫਾਈਨਾਈਟ ਹੈ, ਬਟ 1 ਇਹਦੇ ਵਿਚਕਾਰ ਇੱਕ ਪੁਆਇੰਟ 1 ਲਾਈ ਕਰ ਰਿਹਾ, ਬਟ ਉਸ 1 ਤੇ ਜਿਹੜਾ ਫੰਕਸ਼ਨ ਹੈ ਉਹ ਇਨਫਾਈਨਾਈਟ ਬਣ ਰਿਹਾ ਹੈ। ਸੋ ਇਸ ਕੇਸ 'ਚ ਅਸੀਂ ਕੀ ਕਰਨਾ ਹੈ, if an interior point C is the only point of discontinuity of f, then a to b f, ਅਸੀਂ ਉਸ ਪੁਆਇੰਟ ਤੇ ਬ੍ਰੇਕ ਕਰ ਲੈਣਾ ਇੰਟੀਗਰਲ ਨੂੰ, ਠੀਕ ਹੈ। ਇੱਕ ਤਾਂ ਅਸੀਂ ਕਰਨਾ ਹੈ ਜਦੋਂ a b ਤੇ ਇਨਫਿਨਿਟੀ ਆ ਰਿਹਾ ਸੀਗਾ ਤਾਂ ਅਸੀਂ c ਤੇ ਬ੍ਰੇਕ ਕੀਤਾ, ਬਟ ਇਸ ਕੇਸ ਦੇ ਵਿੱਚ c ਸਾਡਾ ਫਾਈਨਾਈਟ ਸੀ, c ਪੁੱਟ ਕਰੇ ਤੇ ਫਾਈਨਾਈਟ ਆ ਰਹੀ ਸੀ, ਬਟ ਇਸ ਕੇਸ ਦੇ ਵਿੱਚ a ਔਰ b ਤੇ ਫਾਈਨਾਈਟ ਹੈ, ਬਟ ਇਹਦੇ ਵਿੱਚ ਇੱਕ ਪੁਆਇੰਟ 1 ਲਾਈ ਕਰ ਰਿਹਾ ਹੈ ਜਿੱਥੇ ਸਾਡਾ ਫੰਕਸ਼ਨ ਇਨਫਾਈਨਾਈਟ ਆ ਰਿਹਾ, ਸੋ ਅਸੀਂ ਤਾਂ ਆਪਣੇ ਇੰਟੀਗਰਲ ਨੂੰ ਕੀ ਕਰ ਲਿਆ, ਬ੍ਰੇਕ ਕਰ ਲਿਆ। ਸੋ ਸਾਡਾ ਇੰਪ੍ਰੋਪਰ ਇੰਟੀਗਰਲ ਤਾਂ ਹੀ ਕਨਵਰਜ ਕਰੇਗਾ ਅਗਰ ਇਹ ਦੋਨੋਂ ਕੀ ਕਰਦੇ ਆ, ਕਨਵਰਜ। ਸੋ ਇੱਥੇ ਸਾਡਾ ਸੈਕਿੰਡ ਪਾਰਟ ਲੱਗੇਗਾ, ਇਸ ਤੇ ਸਾਡਾ ਫਰਸਟ, ਕਿਉਂਕਿ ਇੱਥੇ ਲੋਅਰ ਲਿਮਿਟ ਸਾਡੀ ਪੁਆਇੰਟ ਆਫ ਇਨਫਾਈਨਾਈਟ ਡਿਸਕੰਟੀਨਿਊਟੀ ਬਣ ਰਹੀ ਹੈ, ਇੱਥੇ ਅੱਪਰ ਪੁਆਇੰਟ ਆਫ ਇਨਫਾਈਨਾਈਟ ਡਿਸਕੰਟੀਨਿਊਟੀ ਹੈ। ਸੋ ਇਹਨਾਂ ਦੋਨਾਂ ਨੂੰ ਅਸੀਂ ਅਬਵ ਮੈਥਡ ਨਾਲ ਸੋਲਵ ਕਰਕੇ ਦੱਸਾਂਗੇ ਕਿ ਸਾਡਾ ਜਿਹੜਾ ਲੈਫਟ ਵਾਲਾ ਇੰਟੀਗਰਲ ਆ ਉਹ ਕਨਵਰਜ ਕਰੇਗਾ ਜਾਂ ਡਾਈਵਰਜ ਕਰੇਗਾ। ਹੁਣ ਆਪਾਂ ਜਿੰਨੇ ਕੇਸ ਡਿਸਕਸ ਕੀਤੇ ਨਾ ਸਾਰਿਆਂ ਦੇ ਨਾਲ ਇੱਕ ਇੱਕ ਐਗਜ਼ਾਮਪਲ ਕਰਦੇ, ਸੋ ਸਾਨੂੰ ਜ਼ਿਆਦਾ ਕਲੀਅਰ ਹੋਏਗਾ। ਸੋ ਅਸੀਂ ਫਰਸਟ ਕੁਐਸਚਨ ਲੈ ਰਹੇ ਹਾਂ, ਟੈਸਟ ਦੀ ਕਨਵਰਜੈਂਸ ਆਫ, ਟੈਸਟ ਫॉर the convergence of improper integral हाँ जी, ਅਸੀਂ इंटीग्रल लिया, फर्स्ट क्वेश्चन है साडा 0 to 1 log x dx। सो फर्स्ट क्वेश्चन है इंटीग्रल 0 to 1 log x dx। सो ਅਸੀਂ ਹੁਣ ਦੇਖੋ ਸਾਡੇ ਕੋਲੇ ਫਰਸਟ ਟਾਈਪ ਦਾ ਇੰਟੀਗਰਲ ਬਣ ਰਿਹਾ, ਬਿਕੋਜ਼ ਲੋਅਰ ਲਿਮਿਟ ਵੀ ਫਾਈਨਾਈਟ ਹੈ, ਅੱਪਰ ਵੀ ਫਾਈਨਾਈਟ। ਹੁਣ ਅਸੀਂ ਚੈੱਕ ਕਰੀਏ ਕਿ ਸਾਡੇ ਫੰਕਸ਼ਨ ਨੂੰ ਕਿਸ ਲਿਮਿਟ ਤੇ ਪ੍ਰੋਬਲਮ ਹੈ, ਮਤਲਬ ਸਾਡਾ ਫੰਕਸ਼ਨ ਕਿਸ ਲਿਮਿਟ ਤੇ ਇਨਫਾਈਨਾਈਟ ਬਣ ਰਿਹਾ ਹੈ। ਦੇਖੋ ਸਾਨੂੰ ਪਤਾ ਹੈ log 0 क्या ਹੁੰਦਾ ਹੈ, ਇਨਫਾਈਨਾਈਟ, ਠੀਕ। log 1 ਸਾਡੇ ਕੋਲ ਕੀ ਹੁੰਦਾ ਹੈ, 0 ਹੁੰਦਾ ਹੈ। ਸੋ ਫੰਕਸ਼ਨ ਫਾਈਨਾਈਟ ਬਣ ਰਿਹਾ 1 ਤੇ, 1 ਪੁੱਟ ਕਰੇ ਤੇ ਫਾਈਨਾਈਟ, ਅੱਪਰ ਲਿਮਿਟ ਪੁੱਟ ਕਰੇ ਤੇ ਫਾਈਨਾਈਟ ਆ ਰਿਹਾ, ਬਟ ਲੋਅਰ ਲਿਮਿਟ ਪੁੱਟ ਕਰੇ ਤੇ ਕੀ ਬਣ ਰਿਹਾ, ਇਨਫਾਈਨਾਈਟ। ਇਹਦਾ ਮਤਲਬ ਫੰਕਸ਼ਨ ਨੂੰ ਲੋਅਰ ਲਿਮਿਟ ਤੇ ਪ੍ਰੋਬਲਮ ਹੈ। ਸੋ ਅਸੀਂ ਕੀ ਕੀਤਾ, ਸੋ ਅਸੀਂ ਇੱਥੇ ਲਿਖਿਆ ਫਰਸਟ here fx which is equals to log x, so 0 is the only point of
infinite discontinuity of f in closed interval 0 1। ਸੋ ਇੱਥੇ ਸਾਡੇ ਕੋਲ 0 ਇੱਕ ਪੁਆਇੰਟ ਬਣ ਰਿਹਾ ਇਨਫਾਈਨਾਈਟ ਡਿਸਕੰਟੀਨਿਊਟੀ ਦਾ ਇਸ ਇੰਟਰਵਲ ਦੇ ਵਿੱਚ। ਸੋ ਅਸੀਂ ਆਪਣੇ ਫਰਸਟ ਮੈਥਡ ਨਾਲ ਸੋਲਵ ਕਰਾਂਗੇ। ਦੇਅਰਫੋਰ ਅਸੀਂ ਇੰਟੀਗਰਲ 0 to 1 fx dx which is equals to 0 to 1 log x dx। ਸੋ ਇਹਨੂੰ ਅਸੀਂ ਕਿਸ ਤਰ੍ਹਾਂ ਲਿਖਾਂਗੇ? ਲਿਮਿਟ ਐਪਸਲਨ ਅਪਰੋਚਿਸ ਟੂ 0 ਇੰਟੀਗਰਲ। ਸੋ ਸਾਡਾ ਫਾਰਮੂਲਾ ਸੀ ਅਸੀਂ ਲੋਅਰ ਲਿਮਿਟ ਚ ਐਡ ਕਰ ਦੇਣਾ ਐਪਸਲਨ। ਲੋਅਰ ਲਿਮਿਟ ਤੇ ਪ੍ਰੋਬਲਮ ਹੈ, ਸੋ ਅਸੀਂ 0 ਦੇ ਵਿੱਚ ਐਪਸਲਨ ਕੀ ਕਰ ਦਿੱਤਾ? ਐਡ। ਅਪਰ ਲਿਮਿਟ ਐਜ਼ ਇਟ ਇਜ਼ log x dx। ਠੀਕ, ਸੋ ਸਾਡੇ ਕੋਲ ਇਹ ਆ ਜਾਏਗਾ ਲਿਮਿਟ ਐਪਸਲਨ ਅਪਰੋਚਿਸ ਟੂ 0 ਪੋਜ਼ਿਟਿਵ ਐਪਸਲਨ ਟੂ 1 log x dx। ਹੁਣ ਦੇਖੋ ਅਸੀਂ ਇਹਦੀ ਇੰਟੀਗ੍ਰੇਸ਼ਨ ਸੋਲਵ ਕਰਨੀ log x ਦੀ, ਔਰ ਤੁਹਾਨੂੰ ਪਤਾ ਹੈ ਕਿ log x ਦੀ ਇੰਟੀਗ੍ਰੇਸ਼ਨ ਅਸੀਂ ਕਿੱਦਾਂ ਕਰਦੇ ਹਾਂ? ਅਸੀਂ ਇੱਥੇ ਆਪਣੇ ਕੋਲ 1 ਲਿਖ ਲੈਂਦੇ ਆ। log x log functions and inverse trigonometric function, ਇਹਨਾਂ ਦੋਨੋਂ functions ਦੀ ਇੰਟੀਗ੍ਰੇਸ਼ਨ ਬਾਈ ਪਾਰਟਸ ਕਰੀਦੀ ਹੈ ਨਾਲ into 1 ਲੈ ਕੇ। ਸੋ 1 ਨੂੰ ਅਸੀਂ ਫਸਟ ਫੰਕਸ਼ਨ ਮੰਨਣਾ, log ਨੂੰ ਅਸੀਂ ਸੈਕਿੰਡ ਫੰਕਸ਼ਨ ਮੰਨਣਾ। ਫਸਟ ਫੰਕਸ਼ਨ ਸੈਕਿੰਡ ਫੰਕਸ਼ਨ, ਸੋ ਅਸੀਂ ਆਪਣਾ ਇੰਟੀਗ੍ਰੇਟਿੰਗ ਬਾਈ ਪਾਰਟਸ ਲਗਾਵਾਂਗੇ। लिमिट एप्सिलॉन अप्रोचेस टू 0 पॉजिटिव, यस इंटीग्रेटिंग बाय पार्ट्स लगाओ। फर्स्ट एज इट इज इंटीग्रेशन ऑफ सेकंड, सॉरी फर्स्ट असी log x ਨੂੰ ਲੈਣਾ, ਸੈਕਿੰਡ ਅਸੀਂ 1 ਨੂੰ ਲੈਣਾ ਆਈਲੇਟ ਦੇ ਅਕੋਰਡਿੰਗ, ਬਿਕੋਜ਼ ਸਾਡੇ ਕੋਲ ਲੌਗਰਿਥਮਿਕ ਫੰਕਸ਼ਨ फर्स्ट है और अलजबराइक फंक्शन सेकंड है। सो 1 ਨੂੰ ਅਸੀਂ ਲਿਖ ਸਕਦੇ x ਦੀ ਪਾਵਰ 0। ਸੋ ਇਹ ਸਾਡੇ ਕੋਲ ਅਲਜਬਰਾइक ਫੰਕਸ਼ਨ ਹੈ, ਇਹ ਸਾਡੇ ਕੋਲ ਲੌਗਰਿਥਮਿਕ ਫੰਕਸ਼ਨ ਹੈ। ਸੋ log ਨੂੰ ਅਸੀਂ ਫਰਸਟ ਫੰਕਸ਼ਨ ਲੈਣਾ ਐਂਡ 1 ਨੂੰ ਅਸੀਂ ਸੈਕਿੰਡ ਫੰਕਸ਼ਨ। ਸੋ ਫਰਸਟ ਫੰਕਸ਼ਨ ਐਜ਼ ਇਟ ਇਜ਼ ਇੰਟੀਗਰਲ ਆਫ ਸੈਕਿੰਡ 1 ਦਾ ਇੰਟੀਗਰਲ। ਸੋ 1 ਦਾ ਇੰਟੀਗਰਲ ਸਾਡੇ ਕੋਲ ਕੀ ਆਏਗਾ? x ਲਿਮਿਟਸ ਫਰੋਮ ਐਪਸਿਲਨ ਟੂ 1 ਮਾਈਨਸ ਇੰਟੀਗਰਲ डेरिवेटिव ऑफ फर्स्ट का डेरिवेटिव log का डेरिवेटिव 1 by x इंटीग्रल ऑफ सेकंड dx। सो साडे कोल क्या बनेगा? लिमिट एप्सिलॉन अप्रोचेस टू 0 पॉजिटिव, लिमिट्स फुल करो, साडे कोल आ जाएगा 1 इंटू log 1 माइनस एप्सिलॉन इंटू log एप्सिलॉन माइनस x ना x कैंसल 1 ਦਾ ਇੰਟੀਗਰਲ x ਆ ਜਾਏਗਾ। ਸੋ ਇੱਥੇ ਵੀ ਲਿਮਿਟਸ ਆ ਜਾਣਗੀਆਂ ਐਪਸਿਲਨ ਟੂ 1 which is equals to limit epsilon approaches to 0 positive log 1 is 0 minus epsilon log epsilon minus upper limit 1 minus lower limit ਆਣੀ ਸੀ minus minus plus epsilon। ਹੁਣ ਅਸੀਂ ਲਿਮਿਟ ਵੀ ਅਲੱਗ-ਅਲੱਗ ਕਰ ਦਿੱਤੀ। ਲਿਮਿਟ epsilon approaches to 0 positive minus epsilon log epsilon minus limit epsilon approaches to 0 positive 1 plus limit epsilon approaches to 0 positive epsilon which is equals to limit epsilon approaches to 0 positive। देखो इत्थे ਤਾਂ लिमिट ਦੀ ਦਾ ਕੋਈ ਅਸਰ ਨਹੀਂ, 1 ਆ ਜਾਏਗਾ, ਇੱਥੇ ਆ ਜਾਏਗਾ 0। बट अगर ਅਸੀਂ ਇਹਦੀ ਗੱਲ ਕਰੀਏ ਸਾਡੇ ਕੋਲ ਕਿਸ ਤਰ੍ਹਾਂ ਦੀ ਫਾਰਮ ਬਣ ਰਹੀ ਹੈ, अगर ਅਸੀਂ ਇੱਥੇ ਫਿਲ ਕਰੀਏ, ਇੱਥੇ ਫਿਲ ਕਰੋ ਤੁਸੀਂ 0 ਬਿਕੋਜ਼ ਅਸੀਂ ਐਪਸਿਲਨ 0 ਲੈਣਾ। ਸੋ ਸਾਡੇ ਕੋਲ ਬਣ ਰਿਹਾ 0 into log 0, 0 log 0 is infinity। ਸੋ ਸਾਡੇ ਕੋਲ ਫਾਰਮ ਕੀ ਬਣ ਰਹੀ ਹੈ? 0 into infinity। ਸੋ ਇਹ ਵੀ ਸਾਡੇ ਕੋਲ ਇਨਡਿਟਰਮੀਨੈਂਟ ਫਾਰਮ ਹੈ। ਸੋ ਇਨਡਿਟਰਮੀਨੈਂਟ ਫਾਰਮ ਦੇ ਵਿੱਚ ਅਸੀਂ ਇਨਫਿਨਿਟੀ ਔਰ ਇਨਫਿਨਿਟੀ ਅਪੋਨ ਇਨਫਿਨਿਟੀ ਐਂਡ 0 ਅਪੋਨ 0 ਅਸੀਂ ਇਸ ਫਾਰਮ ਨੂੰ ਇਹਨਾਂ ਵਿੱਚ ਇਸ ਫਾਰਮ 'ਚ ਕਨਵਰਟ ਕਰ ਲੈਣਾ। ਠੀਕ ਹੈ, ਇਨਫਿਨਿਟੀ ਅਪੋਨ ਇਨਫਿਨਿਟੀ, ਫਿਰ ਅਸੀਂ ਇਹਨੂੰ ਐਲ ਹੌਪੀਟਲ ਰੂਲ ਨਾਲ ਸੋਲਵ ਕਰਨਾ। ਸੋ ਅਸੀਂ ਇਹਨੂੰ ਇਨਫਿਨਿਟੀ ਅਪੋਨ ਇਨਫਿਨਿਟੀ ਕਿੱਦਾਂ ਬਣਾ ਸਕਦੇ ਹਾਂ? ਸੋ ਸਾਡੇ ਕੋਲ ਆ ਤਾਂ ਹੈ ਇਨਫਿਨਿਟੀ ਐਜ਼ ਇਟ ਹੈਗਾ, ਅਸੀਂ ਲਿਖ ਸਕਦੇ ਹਾਂ 1 by 0 ਵੀ ਤਾਂ ਕਿਆ ਹੁੰਦਾ? ਇਨਫਿਨਿਟੀ। ਸੋ ਸਾਡੀ ਫਾਰਮ ਕੀ ਬਣ ਗਈ? ਇਨਫਿਨਿਟੀ ਅਪੋਨ ਇਨਫਿਨਿਟੀ, ਮਤਲਬ ਜਿਹੜੇ ਵਾਲਾ ਫੰਕਸ਼ਨ ਸਾਨੂੰ 0 ਵੈਲਿਊ ਦੇ ਰਿਹਾ ਉਹਨੂੰ ਅਸੀਂ ਲਿਖ ਲੈਣਾ 1 ਅਪੋਨ ਉਹ ਵਾਲਾ ਫੰਕਸ਼ਨ। ਸੋ ਸਾਡੇ ਕੋਲ log ਐਪਸਿਲਨ 0 ਕੌਣ ਦੇ ਰਿਹਾ ਸੀ? ਐਪਸਿਲਨ। ਸੋ ਅਸੀਂ log ਐਪਸਿਲਨ ਅਪੋਨ ਕਿਆ ਲਿਖ ਲੈਣਾ? 1 ਅਪੋਨ ਐਪਸਿਲਨ।
सो ਅਸੀਂ ਆਪਣੇ ਫੰਕਸ਼ਨ ਨੂੰ ਲਿਖ ਲਿਆ ਮਾਈਨਸ log ਐਪਸਲਨ, ਮਾਈਨਸ ਚਾਹੇ ਬਾਹਰ ਹੀ ਲਿਖ ਲਓ, ਅਪੋਨ 1 ਬਾਏ ਐਪਸਲਨ। ਸੋ ਸਾਡੇ ਕੋਲੇ ਕਿੱਦਾਂ ਦੀ ਫਾਰਮ ਬਣ ਗਈ, ਇਨਫਿਨਿਟੀ ਅਪੋਨ ਇਨਫਿਨਿਟੀ ਫਾਰਮ ਬਣ ਗਈ। ਅਗਰ ਸਾਡੇ ਕੋਲ ਇਨਫਿਨਿਟੀ ਅਪੋਨ ਇਨਫਿਨਿਟੀ ਫਾਰਮ ਆਏ, ਸੋ ਇਸ ਤਰ੍ਹਾਂ ਦੀ ਫਾਰਮ ਨੂੰ ਅਸੀਂ ਸੋਲਵ ਕਿੱਦਾਂ ਕਰਦੇ ਹਾਂ, ਬਾय एल'होपिटल रूल which is equals to minus limit epsilon approaches to 0 positive। एल'होपिटल रूल की कहता, न्यूमरेटर वाले फंक्शन का डेरिवेटिव अलग करो, नीचे वाले का अलग कर दो। log एप्सलन का डेरिवेटिव 1 बाय एप्सलन और ਇਹਦਾ -1 अपॉन एप्सलन स्क्वायर, -1 which is equals to minus limit epsilon approaches to 0, एक डिनोमिनेटर चले जाएगा माइनस एप्सलन स्क्वायर अपॉन एप्सलन -1 विच इज इक्वल्स टू माइनस लिमिट एप्सलन अप्रोचेस टू 0 माइनस एप्सलन -1। सो एप्सलन जो 0 फिल करांगे 0 -1 विच इज इक्वल्स टू -1। सो साडा आंसर आया -1 विच इज इक्वल्स टू फाइनाइट। सो फाइनाइट वैल्यू आई, देयरफॉर द गिवन इंटीग्रल इज कन्वर्जेंट। सो साडा जिहड़ा गिवन इंटीग्रल है वो की करेगा, कन्वर्ज करेगा। ठीक, सो नेक्स्ट है साडे कोल सेकंड एग्जांपल, इंटीग्रल 0 to 1 upon अंडर रूट 1 माइनस x dx। हुण देखो ये भी साडे कोल इंप्रॉपर इंटीग्रल ऑफ सैकेंड काइंड ही बन रहे हैं। हुण इत्थे फिल करो, जदों असीं इस फंक्शन च 0 फिल कीता 1 माइनस 0, 1 अपॉन अंडर रूट 1 माइनस 0 विच इज इक्वल्स टू 1, ये तो फाइनाइट ही वैल्यू आ रही है। फिर असी कीता है अपर लिमिट 1 अपॉन अंडर रूट 1 माइनस 1, वो आ रहा इनफिनिटी। सो ਇਹਦਾ मतलब ਸਾਡੇ फंक्शन ਨੂੰ ਕਿਹੜੇ पॉइंट ਤੇ प्रॉब्लम है, 1 ਤੇ, और 1 इज अपर लिमिट। सो ਸਾਡੇ ਕੋਲ फंक्शन है 1 अपॉन अंडर रूट 1 माइनस x। ਇੱਥੇ ਤੁਸੀਂ ਪਹਿਲਾਂ ਦੱਸਣਾ ਹੁੰਦਾ ਕਿ फंक्शन ਨੂੰ किस पॉइंट ਤੇ प्रॉब्लम है। 1 इज द only point of infinite discontinuity of fx in interval 0 to 1। सो फंक्शन ਨੂੰ अपर लिमिट ਤੇ प्रॉब्लम है। सो इस फंक्शन इस क्वेश्चन ਨੂੰ ਅਸੀਂ ਕਿੱਦਾਂ सॉल्व ਕਰਾਂਗੇ, इंटीग्रल 0 to 1 माइनस x। सो ਇੱਥੇ ਅਸੀਂ लिमिट ले ਲਾਂਗੇ एप्सलन अप्रोचेस टू 0 पॉजिटिव, लोअर लिमिट ते कोई प्रॉब्लम नहीं हो एज इट इज। अपर लिमिट लिए असी क्या करना 1 माइनस एप्सलन, अपर लिमिट चो एप्सलन की कर देना माइनस, अपर लिमिट है 1 चो एप्सलन करता माइनस 1 अपॉन अंडर रूट 1 माइनस एक्स dx। सो हुण तुसीं इस इंटीग्रल नूं सॉल्व कर लो, लिमिट एप्सलन अप्रोचेस टू 0 पॉजिटिव 0 to 1 माइनस एप्सलन असीं लिख सकते 1 माइनस एक्स की पावर -1/2 dx विच इज इक्वल्स टू लिमिट एप्सलन अप्रोचेस टू 0 पॉजिटिव। हाँ जी, ਇਹਦਾ इंटीग्रल साडे कोल क्या आएगा, 1 माइनस एक्स की पावर च ऐड हो जाएगा, डिनोमिनेटर च भी -1/2 प्लस 1, लिमिट्स फ्रॉम 0 to 1 माइनस एप्सलन। ठीक, सो साडे कोल आ जाएगा लिमिट एप्सलन अप्रोचेस टू 0 पॉजिटिव -1/2 प्लस 1। सो ये साडे कोल एक होर चीज़, ਇਹਦਾ भी इंटीग्रल करके कोफिशिएंट नाल की आएगा -1, एक्स का कोफिशिएंट कितना -1, वो भी डिनोमिनेटर च आएगा। सो ये साडे कोल बन जाएगा 1/2 इंटू -1 -2, ये ऊपर चला जाएगा न्यूमरेटर च, और ये साडे कोल आ जाएगा 1 माइनस एक्स की पावर 1/2 0 to 1 माइनस एप्सलन। सो हुण असी अपर लिमिट और लोअर लिमिट फिल करांगे, -2 कॉन्स्टेंट मैं बाहर ही लिख लिया, लिमिट एप्सलन अप्रोचेस टू 0 पॉजिटिव, यस पहला सी 1 माइनस एप्सलन दी होल पावर 1/2 माइनस 1 माइनस 0 दी पावर 1/2 विच इज इक्वल्स टू -2 लिमिट एप्सलन अप्रोचेस टू 0 पॉजिटिव 1 माइनस 1 इज 0। सो इत्थे साडे कोल आ जाएगा एप्सलन दी पावर 1/2 माइनस 1 दी पावर 1/2 इज 1। हुण देखो अगर असी इत्थे 0 एप्सलन दी वैल्यू 0 फिल करिए, सो साडे कोल बनेगा -2 0 -1। सो आंसर इज +2 विच इज फाइनाइट। सो साडा आंसर फाइनाइट आया, देयरफॉर
given integral is convergent, so साडा given integral की करेगा converge and is equal to 2, so the value solve करके कितनी आएगी 2। नेक्स्ट एग्जाम्पल है इंटीग्रल 0 to 2 dx upon 2x minus x square, here fx is 1 upon 2x minus x square। ਹੁਣ ਦੇਖੋ ਹੁਣ ਅਸੀਂ ਫਿਲ ਕਰਕੇ ਦੇਖੀ, ਪਹਿਲਾਂ 0 ਫਿਲ ਕੀਤੀ, 2 into 0 minus 0 square, answer is 0, 1 by 0 sorry, 1 by 0 is infinity। upper limit fill ਕੀਤੀ, 1 2 into 2 minus 2 square which is equals to 1 by 4 minus 4 which is equals to 1 by 0 approaches to infinity। ਇਹ ਦੇਖੋ ਲੋਅਰ ਲਿਮਿਟ ਤੇ ਵੀ ਪ੍ਰੋਬਲਮ ਹੈ ਔਰ ਅੱਪਰ ਤੇ ਵੀ ਪ੍ਰੋਬਲਮ ਹੈ ਫੰਕਸ਼ਨ ਨੂੰ, ਇਹਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ 1 by x common 2 minus x। ਹੁਣ ਦੇਖੋ ਸਾਫ਼ ਦਿਖ ਰਿਹਾ, ਕਲੀਅਰ ਹੈ ਕਿ x ਅਗਰ 0 ਫਿਲ ਕਰਾਂਗੇ ਤਾਂ ਵੀ ਆਨਸਰ ਸਾਡੇ ਕੋਲ 0 ਆਏਗਾ, ਇਨਫਿਨਿਟੀ ਬਣੇਗਾ। ਅਗਰ ਅਸੀਂ 2 ਫਿਲ ਕਰਾਂਗੇ ਤਾਂ ਵੀ ਆਨਸਰ ਕੀ ਆਏਗਾ, ਇਨਫਿਨਿਟੀ ਆਏਗਾ। ਸੋ ਇੱਥੇ ਅਸੀਂ ਲਿਖ ਸਕਦੇ 0 and 2 are both points of infinite discontinuity of fx। ਸੋ ਅਗਰ ਸਾਡੇ ਕੋਲ ਦੋਨੋਂ ਪੁਆਇੰਟਸ ਇਨਫਾਈਨਾਈਟ ਡਿਸਕੰਟੀਨਿਊਟੀ ਦੇ ਬਣ ਰਹੇ, ਸੋ ਅਸੀਂ ਇਹਦੇ ਵਿੱਚ ਕੋਈ ਪੁਆਇੰਟ ਸਪੋਜ਼ ਕਰਾਂਗੇ ਜਿੱਥੇ ਫੰਕਸ਼ਨ ਕੰਟੀਨਿਊਸ ਹੋਏ, ਮਤਲਬ ਡਿਸਕੰਟੀਨਿਊਸ ਨਾ ਬਣ ਰਿਹਾ ਹੋਏ, ਇਨਫਿਨਿਟੀ ਨਾ ਆ ਰਿਹਾ ਹੋਏ। ਦੇਖੋ ਇੱਥੇ ਅਸੀਂ 1 ਫਿਲ ਕਰਕੇ ਦੇਖਿਆ, 2 minus 1 ਆਨਸਰ ਇਜ਼ 1। ਸੋ ਅਸੀਂ ਇੱਥੇ ਆਪਣੇ ਕੋਲ ਸੇ ਕੋਈ ਪੁਆਇੰਟ ਟੇਕ ਐਨੀ ਪੁਆਇੰਟ ਸੇ 1 ਇਨ ਕਲੋਜ਼ ਇੰਟਰਵਲ 0 to, ਸੋ ਅਸੀਂ ਇੱਕ ਪੁਆਇੰਟ ਸਪੋਜ਼ ਕੀਤਾ ਜਿਹਨੂੰ ਅਸੀਂ C ਬੋਲਦੇ, C ਅਸੀਂ ਕਿੰਨਾ ਲਿਆ 1 ਇਨ ਕਲੋਜ਼ ਇੰਟਰਵਲ 0 to, ਦੇਅਰਫੋਰ ਅਸੀਂ ਇਸ ਇੰਟੀਗਰਲ ਨੂੰ ਲਿਖਿਆ 0 to 2 dx upon 2x minus x square which is equals to 0 to 1 dx upon 2x minus x square plus 1 to 2 dx upon 2x minus x square। ਠੀਕ, ਹੁਣ ਇਹਨੂੰ ਨੰਬਰ 1 ਕਰ ਲਿਆ। ਦੇਖੋ ਇੰਟੀਗਰਲ ਤਾਂ ਦੋਨਾਂ ਦਾ ਸੋਲਵ ਕਰਕੇ ਸੇਮ ਹੀ ਆਣਾ, ਬਸ ਬਾਅਦ ਚ ਅਸੀਂ ਜਦੋਂ ਅਪਰ ਐਂਡ ਲੋਅਰ ਲਿਮਿਟ ਅਲੱਗ-ਅਲੱਗ ਫਿਲ ਹੋਣੀ ਹੈ ਦੋਨਾਂ 'ਚ, ਸੋ ਅਸੀਂ ਇੰਟੀਗਰਲ ਦੋਨਾਂ ਦਾ ਇੱਕ ਕਾਮਨ ਹੀ ਸੋਲਵ ਕਰ ਲਾਂਗੇ ਲਿਮਿਟਸ ਤੋਂ ਬਿਨਾ। ਨਾਓ ਇੰਟੀਗਰਲਸ ਅਸੀਂ ਸਿੰਪਲ ਇੰਟੀਗਰਲ ਸੋਲਵ ਕਰਕੇ ਰੱਖ ਲੈਣਾ, dx upon 2x minus x square। ਸੋ ਅਸੀਂ 2x minus x square ਨੂੰ ਕਿਆ ਲਿਖ ਸਕਦੇ ਹਾਂ, x 2 minus x। ਹੁਣ ਦੇਖੋ ਇਸ ਕੁਐਸਚਨ ਨੂੰ ਅਸੀਂ ਕਿੱਦਾਂ ਸੋਲਵ ਕਰੀਏ। ਸੋ ਡਿਨੋਮੀਨੇਟਰ 'ਚ ਸਾਡੇ ਕੋਲ ਫੈਕਟਰਾਈਜੇਸ਼ਨ ਹੋ ਰਹੀ ਹੈ, ਸਾਡੇ ਕੋਲ ਫੈਕਟਰਸ ਬਣ ਰਹੇ ਆ। ਅਗਰ ਫੈਕਟਰਸ ਬਣ ਰਹੇ ਹੋਣ ਸੋ ਅਸੀਂ ਇਹਨਾਂ ਨੂੰ ਸੋਲਵ ਕਿੱਦਾਂ ਕਰਨਾ ਹੈ, ਬਾਈ ਪਾਰਸ਼ੀਅਲ ਫ੍ਰੈਕਸ਼ਨ। ਸੋ ਪਾਰਸ਼ੀਅਲ ਫ੍ਰੈਕਸ਼ਨ ਇਹਦੀ ਬਣਾਵਾਂਗੇ ਅਸੀਂ। ਪਾਰਸ਼ੀਅਲ ਫ੍ਰੈਕਸ਼ਨ ਦਾ ਮੈਂ ਤੁਹਾਨੂੰ ਇੱਕ ਹਿੱਟ ਐਂਡ ਟਰਾਇਲ ਮੈਥਡ ਦੱਸਦੀ ਹਾਂ। ਜਦੋਂ ਸਾਡੇ ਕੋਲ ਫੰਕਸ਼ਨ ਪਾਵਰ x ਹੀ ਲੀਨੀਅਰ ਹੈ, ਸਾਡੇ ਕੋਲ ਵੇਰੀਏਬਲ ਦੀ ਪਾਵਰ ਲੀਨੀਅਰ ਮਤਲਬ 1 ਹੈ, ਪਾਵਰ x ਦੀ ਪਾਵਰ 1, ਇਹ ਵੀ ਲੀਨੀਅਰ ਫੈਕਟਰਸ ਬਣ ਰਹੇ ਹੋਣ, ਸੋ ਅਸੀਂ ਕੀ ਕਰਨਾ, ਜਿੱਦਾਂ ਹੁਣ ਸਾਡੇ ਕੋਲ ਇਹ ਹੈ 1 upon x 2 minus x, ਸੋ ਅਸੀਂ ਇਹਨੂੰ ਕਿੱਦਾਂ ਲਿਖਣਾ ਹੈ 1 upon plus 1 upon। ਦੇਖੋ ਕਿੱਦਾਂ ਕਰਨਾ ਹੈ, ਦੋ ਫੈਕਟਰ ਹੈ, ਪਹਿਲਾਂ ਤੁਸੀਂ ਇੱਕ ਫੈਕਟਰ ਨੂੰ ਇਕੁਅਲਸ ਟੂ 0 ਕਰ ਦਿਓ। ਪਹਿਲਾਂ ਅਸੀਂ x ਨੂੰ ਇਕੁਅਲਸ ਟੂ 0 ਲੈ ਲਿਆ, ਠੀਕ, x ਇਕੁਅਲਸ ਟੂ 0 ਆ ਗਿਆ, ਫਸਟ ਫੈਕਟਰ ਨੂੰ ਇਕੁਅਲਸ ਟੂ 0 ਲਿਆ। ਹੁਣ ਇਹ ਵਾਲੀ ਜਿਹੜੀ ਵੈਲਿਊ x ਦੀ ਆਈ ਫਸਟ ਫੈਕਟਰ ਤੋਂ, ਜਿਹੜੀ x ਦੀ ਵੈਲਿਊ ਆਏਗੀ ਉਹਨੂੰ ਦੂਸਰੇ ਫੈਕਟਰ 'ਚ ਪੁੱਟ ਕਰਨਾ, ਜਾਂ ਫਿਰ ਅਗਰ ਉੱਪਰ ਵੀ ਕੋਈ x ਵਾਲੀ ਟਰਮ ਪਈ ਹੋਵੇ ਉੱਪਰ ਵੀ ਫਿਲ ਕਰ ਦੇਣੀ, ਡਿਨੋਮੀਨੇਟਰ 'ਚ ਵੀ ਔਰ ਨਿਊਮਰੇਟਰ ਦੋਨਾਂ 'ਚ ਫਿਲ ਕਰ ਦੇਣੀ, ਬਸ ਜਿਸ ਫੈਕਟਰ 'ਚੋਂ ਨਿਕਾਲੀ ਉਸ 'ਚ ਪੁੱਟ ਨਹੀਂ ਕਰਨੀ। ਸੋ x 0 ਆਇਆ, x ਇੱਥੇ ਤੁਸੀਂ ਫਿਲ ਨਹੀਂ ਕਰਨਾ, ਸੋ ਇੱਥੇ ਆ ਜਾਏਗਾ x ਐਜ਼ ਇਟ ਇਜ਼ ਆ ਜਾਏਗਾ, ਮੈਂ ਇੱਧਰ ਹੀ ਲਿਖ ਦਿੰਨੀ ਆ ਵਿਚ ਇਜ਼ ਇਕੁਅਲਸ ਟੂ ਇੰਟੀਗਰਲ। ਮੈਂ ਪਾਰਸ਼ੀਅਲ ਫ੍ਰੈਕਸ਼ਨ ਬਣਾਉਣ ਲੱਗੀ ਆ, ਦੋ ਫੈਕਟਰ ਆ ਤਾਂ 2 'ਚ ਹੀ ਆਏਗਾ 1 upon plus 1 upon, ਬਿਕੋਜ਼ ਨਿਊਮਰੇਟਰ ਇਹਦਾ 1 ਹੈ। ਅਗਰ ਨਿਊਮਰੇਟਰ 'ਚ ਵੀ x ਹੁੰਦਾ ਉੱਥੇ ਵੈਲਿਊ ਫਿਲ ਹੋਣੀ ਸੀ। ਸੋ x 0 ਆਇਆ, x ਐਜ਼ ਇਟ ਇਜ਼, ਪਹਿਲੇ ਨੂੰ ਇਕੁਅਲਸ ਟੂ 0 ਕੀਤਾ, ਸੋ ਫਰਸਟ ਵਾਲਾ ਐਜ਼ ਇਟ ਇਜ਼ ਲਿਖਣਾ, ਸੈਕਿੰਡ ਵਾਲੇ ਨੂੰ ਇਹਨੂੰ ਅਸੀਂ ਲਿਖ ਲਿਆ 2 minus 0। ਸੈਕਿੰਡ ਵਾਲੇ 'ਚ ਅਸੀਂ ਵੈਲਿਊ ਫਿਲ ਕਰਨੀ ਹੈ, ਫਰਸਟ ਵਾਲੇ 'ਚੋਂ ਨਿਕਾਲਣੀ ਹੈ, ਸੈਕਿੰਡ ਵਾਲੇ 'ਚ ਫਿਲ ਕਰਨੀ ਹੈ। ਸਿਮਿਲਰਲੀ ਹੁਣ ਫਸਟ ਵਾਲੇ 'ਚੋਂ ਨਿਕਾਲੀ, ਹੁਣ ਸੈਕਿੰਡ ਵਾਲੇ 'ਚੋਂ ਨਿਕਾਲ ਲਓ, 2 minus x ਇਕੁਅਲਸ ਟੂ 0 ਆ ਜਾਏਗਾ, 2 ਇਕੁਅਲਸ ਟੂ x,
x ਦੀ ਵੈਲਿਊ ਕੀ ਆਈ 2। ਇਹ ਸੈਕਿੰਡ ਵਾਲੇ ਚੋਂ ਨਿਕਾਲੀਏ, ਸੈਕਿੰਡ ਵਾਲੇ ਨੂੰ ਅਸੀਂ ਐਜ਼ ਇਟ ਇਜ਼ ਲਿਖਣਾ, ਫਸਟ ਵਾਲੇ ਚ ਫਿਲ ਕਰ ਦੇਣੀ, x ਨੂੰ ਕਿਆ ਫਿਲ ਕਰਨਾ 2। ਸੋ ਸਾਡੇ ਕੋਲੇ ਪਾਰਸ਼ੀਅਲ ਫ੍ਰੈਕਸ਼ਨ ਤਿਆਰ ਹੋ ਗਈ। ਤੁਸੀਂ ਇਹਨੂੰ ਦੂਸਰੀ ਤਰ੍ਹਾਂ ਵੀ ਕਰ ਸਕਦੇ, a ਅਪੋਨ ਪਲੱਸ b ਅਪੋਨ ਕਰਕੇ ਵੀ। ਸੋ ਇਹ ਫਟਾਫਟ ਈਜ਼ੀਲੀ ਹੋ ਜਾਏਗਾ, ਜਲਦੀ ਹੋ ਜਾਏਗਾ। which is equals to integral 1 by x plus 1 upon 2 minus x dx। सो साडी पार्शियल फ्रैक्शन बन गई 1 by 2, दोनों चो कॉमन मैं बाहर निकाल लिया, अंदर आ गया इंटीग्रल 1 by x प्लस 1 upon 2 minus x dx। सो सॉल्व करो इनू, 1 by 2, 1 by x log x, ये बन गया log 2 minus x माइनस log 2 minus x, बिकॉज ਇਹਦਾ माइनस भी नाल आएगा डिवाइड, ठीक है। सो ये आ जाएगा 1 by 2 log m minus log n is log m upon n। therefore साडा आंसर आया 1 by 2 log x upon 2 minus x। सो ये तो आया साडा सिंपल इंटीग्रल नू सॉल्व करके। हुण असीं इन्हां दोनों नू नाउ कंसीडरिंग यस असीं कंसीडर किया पहला फर्स्ट इंटीग्रल 0 to 1 dx अपॉन 2x माइनस एक्स स्केयर विच इज इक्वल्स टू, बिकॉज साडे जिहड़े फंक्शन नू है वो किहड़ी लिमिट ते प्रॉब्लम है, लोअर लिमिट ते प्रॉब्लम है 0 ते। सो असीं लिमिट epsilon approaches to 0 positive 0 plus epsilon 1 dx upon 2x minus x square। सो इनू सॉल्व करके कितना आया, लिमिट epsilon approaches to 0 positive, सानू असी इनू ही सॉल्व किया सी ना dx upon 2x minus x square। इनू सॉल्व करके साडे कोल आया 1 by 2 log x upon 2 minus x, limits from epsilon to 1। सो असी हुण लिमिट फिल कर दी, लिमिट epsilon approaches to 0 positive 1 by 2 बाहर लिख लिया, log 1 upon 2 minus 1, 2 minus 1 is 1 log 1 minus log epsilon upon 2 minus epsilon which is equals to log 1 is 0, so ये वाला माइनस बाहर चला गया, लिमिट epsilon approaches to 0 positive log epsilon upon 2 minus epsilon। देखो जो तुसी फिल किया वैल्यू फिल करो log 0 upon 2 minus 0 which is equals to minus 2। सो ये इनफाइनाइट फॉर्म तो बन नहीं रही, log 0 कितना हुंदा है 0, सॉरी इनफिनिटी। देयरफॉर साडा आंसर की आया इनफिनिटी, फाइनाइट वैल्यू नहीं आई, हैंस गिवन इंटीग्रल इज डाइवर्जेंट। सो साडा गिवन इंटीग्रल क्या हो करेगा, डाइवर्ज। हुण देखो नेक्स्ट क्वेश्चन है इंटीग्रल 0 to 2 dx अपॉन x स्क्वायर माइनस 4x प्लस 3। असीं इहदी फैक्टराइजेशन कर ली, वो आई x माइनस 1 x माइनस 3। हुण देखो तुसीं इत्थे लोअर लिमिट फिल करो, साडे कोल आएगी 0 माइनस 1 0 माइनस 3। सो फाइनाइट वैल्यू आ रही है, इहदा मतलब इस फंक्शन नूं 0 ते कोई प्रॉब्लम नहीं। 2 फिल किया, साडे को आया 2 minus 1 2 minus 3 1 into minus 1, ये भी की आ रही फाइनाइट। ਇਹਦਾ मतलब ना फंक्शन ਨੂੰ ਲੈਫਟ हैंड ਤੇ कोई प्रॉब्लम है ना राइट हैंड ਤੇ, ਅਸੀਂ ਇਹਦੇ ਵਿੱਚ ਕੋਈ ਪੁਆਇੰਟ ਦੇਖਿਆ। देखो इस फंक्शन ਨੂੰ ਇੱਕ 1 ਤੇ प्रॉब्लम ਹੋਏਗੀ, ਇੱਕ 3 ਤੇ। 3 ਤਾਂ ਇਹਦੇ ਵਿੱਚ ਲਾਈ ਨਹੀਂ ਕਰਦਾ 0 to 2 ਤੇ, ਸੋ ਇਹ ਤਾਂ ਇਗਨੋਰ ਹੋ ਜਾਏਗਾ, ਬਟ 1 ਤਾਂ ਲਾਈ ਕਰਦਾ। ਸੋ ਸਾਡੇ ਕੋਲ ਇੱਥੇ ਪੁਆਇੰਟ ਆਫ ਇਨਫਾਈਨਾਈਟ ਡਿਸਕੰਟੀਨਿਊਟੀ ਕੌਣ ਆਏਗਾ, 1 ਆਏਗਾ। ਸੋ ਹੇਅਰ 1 ਇਜ਼ ਪੁਆਇੰਟ ਆਫ इनफाइनाइट डिसकंटिन्यूटी। सो तुसी क्या करना, अपने फंक्शन नो केड़ी लिमिट ते ब्रेक करना। सो इन तुसी लिख लेना 0 to 1 प्लस 1 to 2। 0 to 1 ते तुसी मतलब ਇਹਦਾ ਸੋਲੂਸ਼ਨ ਤੁਸੀਂ ਜਿੱਦਾਂ ਲਾਸਟ ਸਮ ਦੇ ਵਿੱਚ ਇੰਟੀਗਰਲ ਅਲੱਗ ਕੱਢ ਕੇ ਰੱਖ ਲਿਆ ਸੀ, ਸਿਮਿਲਰਲੀ ਤੁਸੀਂ ਇਹਦੇ ਵਿੱਚ ਵੀ ਇਸ ਤਰ੍ਹਾਂ ਹੀ ਕਰਨਾ। ਇੰਟੀਗਰਲ ਨੂੰ ਕੀ ਕਰ ਲੈਣਾ, ਅਲੱਗ ਨਿਕਾਲ ਕੇ ਰੱਖ ਲੈਣਾ ਪਹਿਲਾਂ, ਫਿਰ ਤੁਸੀਂ 0 to 1 ਵਾਲਾ ਚੈੱਕ ਕਰਨਾ, ਫਿਰ 1 to 2, ਫਿਰ ਦੇਖਣਾ ਅਗਰ ਦੋਨੋਂ ਕਨਵਰਜ ਕਰਦੇ ਦੈਨ ਤੁਹਾਡਾ ਆਨਸਰ ਕਨਵਰਜ ਆਏਗਾ। ਜਿੱਦਾਂ ਉੱਪਰ ਵਾਲੇ ਸਮ ਦੇ ਵਿੱਚ ਅਸੀਂ ਇੱਕ ਹੀ ਇੰਟੀਗਰਲ ਚੈੱਕ ਕੀਤਾ ਸੀ, ਇਹੀ ਸਾਡਾ ਇਨਫਿਨਿਟੀ ਆ ਗਿਆ ਸੀ। ਅਗਰ ਇੱਕ ਇੰਟੀਗਰਲ ਡਾਈਵਰਜ ਕਰ ਰਿਹਾ ਦੈਨ ਹੋਲ ਇੰਟੀਗਰਲ ਕਿਆ ਕਰੇਗਾ, ਡਾਈਵਰਜ ਹੀ ਕਰੇਗਾ। ਸੋ ਅਸੀਂ ਸੈਕਿੰਡ ਵਾਲਾ ਚੈੱਕ ਹੀ ਨਹੀਂ ਸੀ ਕੀਤਾ।
ਸੋ ਇਹਦੇ ਵਿੱਚ ਵੀ ਤੁਸੀਂ ਦੋਨੋਂ ਇੰਟੀਗਰਲ ਲਈ ਪਹਿਲਾਂ ਤੁਸੀਂ ਫਰਸਟ ਨੂੰ ਸੋਲਵ ਕਰ ਲੈਣਾ, ਸੈਕਿੰਡ ਨੂੰ ਸੋਲਵ ਕਰ ਲੈਣਾ। ਅਗਰ ਦੋਨੋਂ ਕਨਵਰਜ ਕਰਨਗੇ ਤਾਂ ਹੀ ਸਾਡਾ ਆਨਸਰ ਕਨਵਰਜ ਕਰੇਗਾ, ਅਦਰਵਾਈਜ਼ ਡਾਈਵਰਜ ਕਰੇਗਾ।